प्यारे बच्चों, पेश है CBSE बोर्ड की 9वीं जमात की ਸਾਹਿਤਮਾਲਾ ਦੇ ਚੌਥੇ ਪਾਠ ਨਵੀਂ ਪੁਰਾਣੀ ਤਹਿਜ਼ੀਬ ਵਿਧਾਤਾ ਸਿੰਘ ਤੀਰ ਜੀ ਦੀ ਤਖਲੀਕ ਦੀ ਐਕਸਪਲੇਨੇਸ਼ਨ। ਹੱਥ ਵੇਲਾ ਨਹੀਂ ਆਉਂਦਾ, ਹੱਥੋਂ ਜੋ ਗਵਾਚ ਗਿਆ, ਉਹ ਜੋਬਨ ਨਹੀਂ ਮੁੜਦਾ ਜੋ ਪੱਤਰਾ ਵਾਚ ਗਿਆ। ਜੋਬਨ ਮਤਲਬ ਜਵਾਨੀ, ਪੱਤਰਾ ਵਾਚਣਾ ਮਤਲਬ ਦੌੜ ਜਾਣਾ। ਸ਼ਾਇਰ ਪੁਰਾਣੀ ਤਹਿਜ਼ੀਬ ਨੂੰ, ਪੁਰਾਣੇ ਸੱਭਿਅਤਾ ਨੂੰ ਭੁੱਲਦਾ ਵੇਖ ਆਪਣਾ ਦੁੱਖ ਜ਼ਾਹਿਰ ਕਰਦਾ ਹੈ ਕਿ ਉਹ ਸਮਾਂ ਦੁਬਾਰਾ ਵਾਪਸ ਨਹੀਂ ਆਉਂਦਾ ਜੋ ਹੱਥੋਂ ਗਵਾਚ ਜਾਂਦਾ ਹੈ ਜਾਂ ਬੀਤ ਜਾਂਦਾ ਹੈ, ਅਤੇ ਨਾ ਹੀ ਉਹ ਜਵਾਨੀ ਮੁੜ ਮਿਲਦੀ ਹੈ ਜੋ ਚਲੀ ਜਾਂਦੀ ਹੈ। ਪਾਣੀ ਦਰਿਆਵਾਂ ਦੇ ਇੱਕ ਵਾਰ ਜੋ ਵਹਿ ਗਏ ਹਨ, ਪਰਤਣ ਨਾ ਪੱਤਣਾ ਤੇ ਇਹ ਦਾਨੇ ਕਹਿ ਗਏ ਹਨ। ਪਰਤਣ ਨਾ ਪੱਤਣਾ, ਪੱਤਣ ਹੁੰਦੇ ਆ ਬੇਟਾ ਕਿਨਾਰੇ। ਤੇ ਹਾਂ, ਇੱਕ ਗੱਲ ਸਾਫ਼ ਕਰਦਾ ਕਿ ਦਾਣੇ ਨਹੀਂ ਹੈ ਲਫ਼ਜ਼ ਹੈ ਜਿਹੜਾ ਇਸ ਲਾਈਨ ਚ ਆਊਗਾ, ਇਹ ਦਾਨੇ ਹੈ। ਦਾਨੇ ਮਤਲਬ ਹੁੰਦਾ ਹੈ ਸਿਆਣੇ। ਸਿਆਣੇ ਕਹਿੰਦੇ ਹਨ ਕਿ ਦਰਿਆਵਾਂ ਦੇ ਪਾਣੀ ਇੱਕ ਵਾਰ ਜੋ ਪੱਤਣਾ ਵਿੱਚੋਂ ਲੰਘ ਜਾਂਦੇ ਹਨ ਤਾਂ ਉਹ ਦੁਬਾਰਾ ਕਦੇ ਪੱਤਣਾ ਤੇ ਵਾਪਸ ਨਹੀਂ ਆਉਂਦੇ। ਜਿਸ ਚੀਜ਼ ਨੂੰ ਸਾਡੀ ਕਿਸਮਤ ਨੇ ਇੱਕ ਵਾਰ ਖੋਲਿਆ, ਉਸ ਨੂੰ ਸਾਡੇ ਯਤਨ, ਸਾਡੀ ਕੋਸ਼ਿਸ਼ ਵੀ ਵਾਪਸ ਨਹੀਂ ਲਿਆ ਸਕਦੇ। ਤਦਬੀਰ ਲਿਆਵੇ ਕਿਵੇਂ ਤਕਦੀਰ ਜੋ ਲੈ ਗਈ ਹੈ। ਤਦਬੀਰ ਕੋਸ਼ਿਸ਼, ਯਤਨ। ਤਦਬੀਰ ਲਿਆਵੇ ਕਿਵੇਂ ਤਕਦੀਰ ਜੋ ਲੈ ਗਈ ਹੈ। ਗੱਲਾਂ ਹਨ ਚੱਲੀਆਂ ਤਾਂ ਗੱਲ ਕਰਨੀ ਪੈ ਗਈ ਹੈ। ਸ਼ਾਇਰ ਕਹਿੰਦਾ ਹੈ ਕਿ ਜਦੋਂ ਪੁਰਾਣੀ ਨਵੀਂ ਸੱਭਿਅਤਾ, ਪੁਰਾਣੀ ਨਵੀਂ ਤਹਿਜ਼ੀਬ, ਪੁਰਾਣੇ ਨਵੇਂ ਕਲਚਰ ਨੂੰ ਲੈ ਕੇ ਗੱਲਾਂ ਚੱਲੀਆਂ ਹਨ ਤਾਂ ਇਸ ਲਈ ਉਸ ਨੂੰ ਵੀ ਇਸ ਬਾਰੇ ਗੱਲ ਕਰਨੀ ਪੈ ਗਈ ਹੈ। ਤਹਿਜ਼ੀਬ ਗਵਾਈ ਨਹੀਂ, ਅਸਾਂ ਅਕਲ ਗਵਾਈ ਹੈ। ਤਹਿਜ਼ੀਬ ਗਵਾਈ ਨਹੀਂ, ਤਹਿਜ਼ੀਬ ਹੁੰਦੀ ਹੈ ਸੱਭਿਅਤਾ। ਤਹਿਜ਼ੀਬ ਗਵਾਈ ਨਹੀਂ, ਅਸਾਂ ਅਕਲ ਗਵਾਈ ਹੈ। ਤਹਿਜ਼ੀਬ ਗਵਾਈ ਨਹੀਂ, ਅਸਾਂ ਅਕਲ ਗਵਾ ਲਈ ਹੈ। ਕਪਲਾ ਗਊ ਦੇ ਕੇ ਘਰੋਂ ਇੱਕ ਖੋਤੀ ਵਟਾ ਲਈ ਹੈ। ਤਹਿਜ਼ੀਬ ਸੱਭਿਅਤਾ, ਕਪਲਾ ਗਊ ਇੱਕ ਗਾਂ, ਇੱਕ ਗਾਂ ਜੋ ਮਨ ਚਾਹੀਆਂ ਚੀਜ਼ਾਂ ਦਿੰਦੀ ਹੈ। ਖੋਤੀ ਗਧੀ। ਕਵੀ ਆਖਦਾ ਹੈ ਕਿ ਅਸੀਂ ਆਪਣੀ ਸੱਭਿਅਤਾ, ਆਪਣੀ ਤਹਿਜ਼ੀਬ ਹੀ ਨਹੀਂ ਗਵਾਈ, ਸਗੋਂ ਉਸ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਅਸੀਂ ਆਪਣੀ ਅਕਲ ਵੀ ਗਵਾ ਲਈ ਹੈ। ਕਿਉਂ? ਜੇ ਅਸੀਂ ਅਕਲ ਨਾਲ ਸੋਚਦੇ ਤਾਂ ਕਦੇ ਵੀ ਪੁਰਾਣੀ ਸੱਭਿਅਤਾ, ਪੁਰਾਣੀ ਸਾਡੀ ਕਲਚਰ ਨੂੰ, ਪੁਰਾਣੇ ਸਿਵਲਾਈਜੇਸ਼ਨ ਨੂੰ ਛੱਡ ਕੇ ਨਵੀਂ ਸੱਭਿਅਤਾ ਨਹੀਂ ਅਪਣਾਉਂਦੇ। ਨਵੀਂ ਸੱਭਿਅਤਾ ਤੋਂ ਮੁਰਾਦ ਹੈ, ਮਤਲਬ ਹੈ ਮਾਡਰਨ ਕਲਚਰ ਜਾਂ ਵੈਸਟਰਨ ਕਲਚਰ। ਸਾਡੀ ਤਹਿਜ਼ੀਬ ਮਤਲਬ ਜਿਹੜੀ ਪੁਰਾਣੀ ਸੱਭਿਅਤਾ ਹੈ, ਪੁਰਾਣਾ ਕਲਚਰ ਹੈ, ਉਹ ਪਵਿੱਤਰ ਕਪਲਾ ਗਊ ਦੀ ਤਰ੍ਹਾਂ। ਅਸੀਂ ਘਰੋਂ ਉਸ ਕਪਲਾ ਗਊ ਨੂੰ ਕੱਢ ਕੇ ਉਸ ਦੀ ਥਾਂ ਤੇ ਇੱਕ ਗਧੀ, ਇੱਕ ਖੋਤੀ ਲੈ ਲਈ ਹੈ। ਮਤਲਬ ਅਸੀਂ ਚੰਗੀ ਸੱਭਿਅਤਾ ਗਵਾ ਕੇ ਭੈੜੀ ਨਵੀਂ ਸੱਭਿਅਤਾ ਅਪਣਾ ਲਈ ਹੈ। ਦੁੱਧ ਪੀਣੋਂ ਰਹਿ ਗਏ ਹਾਂ, ਲਿੱਦ ਝੋਲੀ ਪਾ ਲਈ ਹੈ। ਕੀ ਲਈ ਤਹਿਜ਼ੀਬ ਨਵੀਂ, ਗਲ ਜ਼ਹਿਮਤ ਪਾ ਲਈ ਹੈ। ਜ਼ਹਿਮਤ ਹੁੰਦਾ ਹੈ ਕਸ਼ਟ, ਰੋਗ, ਦੁੱਖ ਦਰਦ। ਇਸ ਤਰ੍ਹਾਂ ਅਸੀਂ ਦੁੱਧ ਪੀਣ ਤੋਂ ਰਹਿ ਗਏ ਹਾਂ ਅਤੇ ਲਿੱਦ ਆਪਣੀ ਝੋਲੀ ਪਾ ਲਈ ਹੈ, ਅਰਥਾਤ ਚੰਗੀਆਂ ਗੱਲਾਂ ਛੱਡ ਕੇ ਬੁਰੀਆਂ ਅਪਣਾ ਲਈਆਂ ਹਨ। ਅਸੀਂ ਨਵੀਂ ਸੱਭਿਅਤਾ ਕਾਹਦੀ ਅਪਣਾਈ ਹੈ? ਅਸੀਂ ਤਾਂ ਗਲ ਬਿਮਾਰੀ ਪਾ ਲਈ ਹੈ। ਜੇ ਇਹ ਵੀ ਕਹਿ ਦਈਏ ਮਾਸਾ ਨਹੀਂ ਝੂਠ ਕੋਈ, ਮਾਸਾ ਹੁੰਦਾ ਥੋੜਾ ਜਿਹਾ, ਮਾੜਾ ਜਿਹਾ। ਜੇ ਇਹ ਵੀ ਕਹਿ ਦਈਏ ਮਾਸਾ ਨਹੀਂ ਝੂਠ ਕੋਈ, ਰਿਸ਼ੀਆਂ ਦੇ ਚੌਂਕੇ ਵਿੱਚ ਪੱਛਮ ਦੀ ਝੂਠ ਕੋਈ। ਪੱਛਮ ਹੁੰਦਾ ਵੈਸਟਰਨ। ਇਸ ਗੱਲ ਵਿੱਚ ਵੀ ਮਾਸਾ ਝੂਠ ਨਹੀਂ ਕਿ ਨਵੀਂ ਸੱਭਿਅਤਾ, ਜਿਹੜਾ ਨਵਾਂ ਕਲਚਰ ਹੈ, ਨਵੀਂ ਤਹਿਜ਼ੀਬ ਹੈ, ਉਹ ਅਪਣਾਉਣ ਨਾਲ ਰਿਸ਼ੀ ਮੁਨੀਆਂ ਦੇ ਭਾਰਤ ਰੂਪੀ ਚੌਂਕੇ ਵਿੱਚ ਪੱਛਮ ਦੀ, ਵੈਸਟ ਦੀ ਝੂਠ ਆ ਗਈ ਹੈ, ਜਿਸ ਨੇ ਸਾਡੇ ਪਵਿੱਤਰ ਦੇਸ਼ ਨੂੰ ਅਪਵਿੱਤਰ ਕਰ ਦਿੱਤਾ। ਆਈ ਅੱਗ ਲੈਣ ਲਈ ਆ ਕੇ ਘਰ ਪਾ ਬੈਠੀ, ਆਈ ਅੱਗ ਲੈਣ ਲਈ ਆ ਕੇ ਘਰ ਪਾ ਬੈਠੀ, ਭਾਰਤ ਦਾ ਸਾਊਪੁਣਾ ਸਭ ਰਿੰਨ ਕੇ ਖਾ ਬੈਠੀ। ਅੰਗਰੇਜ਼ ਤਾਂ ਭਾਰਤ ਵਿੱਚ ਵਪਾਰ ਕਰਨ ਲਈ ਆਏ ਸੀ, ਪਰ ਇੱਥੇ ਹੀ ਘਰ ਪਾ ਬੈਠੇ, ਕਾਬਜ਼ ਹੋ ਗਏ। ਪੱਛਮੀ ਸੱਭਿਅਤਾ, ਪੱਛਮੀ ਤਹਿਜ਼ੀਬ, ਵੈਸਟਰਨ ਕਲਚਰ ਵੀ ਅੰਗਰੇਜ਼ਾਂ ਦੇ ਨਾਲ ਹੀ ਸਾਡੇ ਮੁਲਕ ਆਇਆ ਤੇ ਇੱਥੇ ਘਰ ਪਾ ਕੇ ਬੈਠ ਗਿਆ। ਇਸ ਵੈਸਟਰਨ ਕਲਚਰ ਨੇ ਹਿੰਦੁਸਤਾਨ ਦੀ, ਭਾਰਤ ਦੀ ਸ਼ਰਾਫਤ, ਉਸਦੇ ਸਾਊਪੁਣੇ ਨੂੰ ਰਿੰਨ ਕੇ ਖਾ ਲਿਆ,
ਮਤਲਬ ਖਤਮ ਕਰ ਦਿੱਤਾ। ਜੋ ਅੱਜ ਤੀਕ ਨਹੀਂ ਆਖੀ ਉਹ ਆਖੀ ਜਾਣੀ ਹੈ, ਉਹ ਦੁੱਧ ਸੀ ਬਰਕਤ ਦਾ, ਇਹ ਫੁੱਟ ਦਾ ਪਾਣੀ ਹੈ। ਤੀਕ ਦਾ ਮਤਲਬ ਹੈ ਇੱਥੇ ਤੱਕ, ਬਰਕਤ ਵਾਧਾ। ਸ਼ਾਇਰ ਕਹਿੰਦਾ ਹੈ ਕਿ ਜਿਹੜੀ ਪੁਰਾਣੀ ਅਤੇ ਨਵੀਂ ਸੱਭਿਅਤਾ ਬਾਰੇ ਜਿਹੜੀ ਗੱਲ ਅੱਗੇ ਕਿਸੇ ਨੇ ਨਹੀਂ ਆਖੀ, ਉਹ ਹੁਣ ਕਹਿਣੀ ਪੈਣੀ ਹੈ ਕਿ ਪੁਰਾਣੀ ਸੱਭਿਅਤਾ ਦੁੱਧ ਦੀ ਬਰਕਤ ਸੀ। ਮਤਲਬ ਅੱਗੇ ਅਸੀਂ ਇੱਕ ਮੁੱਠ ਸੀਗੇ, ਇਕੱਠੇ ਸੀਗੇ, ਅਤੇ ਨਵੀਂ ਸੱਭਿਅਤਾ ਜਾਂ ਮਾਡਰਨ ਕਲਚਰ ਕਹਿ ਲਓ, ਨਵੀਂ ਸੱਭਿਅਤਾ ਫੁੱਟ ਦਾ ਪਾਣੀ ਹੈ, ਭਾਵ ਹੁਣ ਅਸੀਂ ਵੰਡੇ ਹੋਏ ਹਾਂ। ਉਹ ਜੀਵਨ ਦਿੰਦੀ ਸੀ, ਉਹ ਜੀਵਨ ਦਿੰਦੀ ਸੀ, ਮਤਲਬ ਸਾਡਾ ਪੁਰਾਣਾ ਕਲਚਰ ਉਹ ਜੀਵਨ ਦਿੰਦੀ ਸੀ, ਇਹ ਜੀਵਨ ਲੈਂਦੀ ਹੈ। ਉਹ ਖਾਣ ਨੂੰ ਦਿੰਦੀ ਸੀ, ਇਹ ਖਾਣ ਨੂੰ ਪੈਂਦੀ ਹੈ। ਕਵੀ ਕਹਿੰਦਾ ਹੈ ਕਿ ਪੁਰਾਣੀ ਸੱਭਿਅਤਾ ਜੀਵਨ ਦਾ ਦਾਨ ਦਿੰਦੀ ਸੀ ਅਤੇ ਪੱਛਮੀ ਸੱਭਿਅਤਾ ਜੀਵਨ ਖੋਹ ਲੈਂਦੀ ਹੈ। ਉਹ ਸੱਭਿਅਤਾ ਸਭ ਨੂੰ ਖਾਣ ਨੂੰ ਦਿੰਦੀ ਸੀ, ਸਾਡਾ ਪੁਰਾਣਾ ਕਲਚਰ, ਪੁਰਾਣੀ ਸਿਵਲਾਈਜੇਸ਼ਨ ਖਾਣ ਨੂੰ ਦਿੰਦੀ ਸੀ, ਅਤੇ ਇਹ ਜਿਹੜਾ ਵੈਸਟਰਨ ਕਲਚਰ ਹੁਣ ਆ ਗਿਆ, ਮਾਡਰਨ ਕਲਚਰ, ਅਤੇ ਇਹ ਅੱਗੋਂ ਖਾਣ ਨੂੰ ਭਾਵ ਟੁੱਟ ਪੈਂਦੀ ਹੈ। ਇਹ ਤਹਿਜ਼ੀਬ, ਮਤਲਬ ਪਹਿਲਾਂ ਲੋਕ ਇੱਕ ਦੂਸਰੇ ਦਾ ਖਿਆਲ ਰੱਖਦੇ ਸੀ, ਮਿੱਠਾ ਬੋਲਦੇ ਸੀ, ਪਰ ਹੁਣ ਇੱਕ ਦੂਜੇ ਨੂੰ ਖਿੱਚਦੇ ਨੇ। ਉਹ ਬਾਂਹ ਬਣਾਉਂਦੀ ਸੀ, ਇਹ ਬਾਹਾਂ ਭੰਨਦੀ ਹੈ। ਉਹ ਭੋਲੀ ਭਾਲੀ ਸੀ, ਇਹ ਚੰਚਲ ਮੰਨਦੀ ਹੈ। ਚੰਚਲ ਹੁੰਦਾ ਹੈ ਬੇਟਾ ਜੋ ਇੱਕ ਥਾਂ ਤੇ ਟਿਕ ਕੇ ਨਹੀਂ ਰਹਿ ਸਕਦਾ। ਪੁਰਾਣੀ ਸੱਭਿਅਤਾ ਭਰਾਵਾਂ ਵਿੱਚ ਪਿਆਰ ਪੈਦਾ ਕਰਦੀ ਸੀ, ਅਤੇ ਇਹ ਜਿਹੜੀ ਨਵੀਂ ਸੱਭਿਅਤਾ ਹੈ, ਨਵੀਂ ਤਹਿਜ਼ੀਬ ਹੈ, ਇਹ ਭਰਾਵਾਂ ਵਿੱਚ ਫੁੱਟ ਪਾਉਂਦੀ ਹੈ, ਵੰਡਦੀ ਹੈ ਸਾਨੂੰ। ਪੁਰਾਣੀ ਸੱਭਿਅਤਾ ਭੋਲੀ ਭਾਲੀ ਸੀ, ਮਤਲਬ ਲੋਕ ਸਾਦੇ ਸੁਭਾਅ ਦੇ ਸਨ, ਪਰ ਨਵੀਂ ਸੱਭਿਅਤਾ ਬੜੀ ਚੰਚਲ ਮੰਨਦੀ ਹੈ। ਇਸਨੇ ਲੋਕਾਂ ਦੇ ਮਨ ਚੰਚਲ ਕਰ ਦਿੱਤੇ ਨੇ। ਉਹ ਵੀਰ ਮਨਾਉਂਦੀ ਸੀ, ਇਹ ਵੀਰ ਲੜਾਉਂਦੀ ਹੈ। ਉਹ ਛਾਵੇਂ ਸੁੱਟਦੀ ਸੀ, ਇਹ ਸੁੱਕਣੇ ਪਾਉਂਦੀ ਹੈ। ਮਤਲਬ ਪੁਰਾਣੀ ਸੱਭਿਅਤਾ ਰੁੱਸੇ ਹੋਏ ਭਰਾਵਾਂ ਨੂੰ ਮਨਾਉਂਦੀ ਸੀ, ਪਰ ਜਿਹੜੀ ਇਹ ਨਵੀਂ ਤਹਿਜ਼ੀਬ ਹੈ, ਮਾਡਰਨ ਜਾਂ ਵੈਸਟਰਨ ਕਲਚਰ ਹੈ, ਇਹ ਨਵੀਂ ਸੱਭਿਅਤਾ ਉਹਨਾਂ ਵਿੱਚ ਲੜਾਈ ਪੈਦਾ ਕਰਦੀ ਹੈ। ਮਤਲਬ ਇਹ ਆਪਸ ਵਿੱਚ ਸਾਡੇ ਫੁੱਟ ਪਵਾਉਂਦੀ ਹੈ। ਪੁਰਾਣੀ ਸੱਭਿਅਤਾ ਛਾਂ ਭਾਵ ਠੰਡ ਦਿੰਦੀ ਸੀ, ਉਹ ਦੁੱਖ ਮਿਟਾ ਕੇ ਸੁੱਖ ਦਿੰਦੀ ਸੀ, ਪਰ ਜਿਹੜੀ ਨਵੀਂ ਤਹਿਜ਼ੀਬ ਹੈ, ਨਵਾਂ ਕਲਚਰ ਹੈ, ਉਹ ਸੁੱਕਣੇ ਪਾਉਂਦੀ ਹੈ, ਮਤਲਬ ਦੁੱਖ ਦਿੰਦੀ ਹੈ। ਪੁਰਾਣੇ ਸਮੇਂ ਵਿੱਚ ਸਬਰ ਸੰਤੋਖ ਸੀ, ਉਸ ਵਿੱਚ ਇੱਕ ਕਰਦਾ ਸੀ, ਸਭ ਟੱਬਰ ਖਾਂਦਾ ਸੀ। ਟੱਬਰ ਮਤਲਬ ਪਰਿਵਾਰ, ਸਭ ਟੱਬਰ ਖਾਂਦਾ ਸੀ ਸਮੇਂ ਆਜ਼ਾਦੀ ਦੇ ਹਿੰਦ ਢੋਲੇ ਗਾਉਂਦਾ ਸੀ। ਢੋਲੇ ਗਾਉਂਦਾ ਸੀ ਮਤਲਬ ਖੁਸ਼ੀ ਦੇ ਗੀਤ ਗਾਉਂਦਾ ਸੀ ਸਾਡਾ ਹਿੰਦੁਸਤਾਨ। ਪਹਿਲਾਂ ਕੀ ਸੀ ਕਿ ਘਰ ਦਾ ਇੱਕ ਜੀ ਕੰਮ ਕਰਦਾ ਸੀ, ਸਾਰਾ ਟੱਬਰ ਸਾਰਾ ਪਰਿਵਾਰ ਰੱਜ ਕੇ ਖਾਂਦਾ ਸੀ। ਉਸ ਸਮੇਂ ਆਜ਼ਾਦੀ ਦੇ ਸਨ ਅਤੇ ਹਿੰਦੁਸਤਾਨ ਖੁਸ਼ੀਆਂ ਦੇ ਢੋਲੇ ਗਾਉਂਦਾ ਸੀ। ਇਸ ਵਿੱਚ ਮਰ ਕੇ ਵੀ ਸਭ ਭੁੱਖੇ ਮਰਦੇ ਹਨ, ਹੌਂਕੇ ਦਿਨ ਰਾਤ ਭਰਨ ਪਰ ਪੇਟ ਨਾ ਭਰਦੇ ਹਨ। ਸ਼ਾਇਰ ਕਹਿੰਦਾ ਕਿ ਨਵੀਂ ਸੱਭਿਅਤਾ ਦੇ ਆਉਣ ਨਾਲ ਸਾਰੇ ਹੀ ਕਰੜੀ ਮਿਹਨਤ ਕਰਦੇ ਹਨ, ਮਤਲਬ ਪਰਿਵਾਰ ਦੇ ਸਭ ਲੋਕ ਸਾਰਾ ਦਿਨ ਮਰ ਕੇ ਕੰਮ ਕਰਦੇ ਨੇ, ਪਰ ਫਿਰ ਵੀ ਸਭ ਭੁੱਖੇ ਮਰਦੇ ਹਨ। ਇਸ ਨਵੀਂ ਸੱਭਿਅਤਾ ਵਿੱਚ ਸਭ ਨੂੰ ਰੱਜ ਕੇ ਰੋਟੀ ਨਹੀਂ ਮਿਲਦੀ। ਉਹ ਰਾਤ ਦਿਨ ਹੌਂਕੇ ਭਰਦੇ ਹਨ, ਲੰਬੇ ਲੰਬੇ ਸਾਹ ਦੁੱਖ ਦਰਦ ਦੇ ਤਕਲੀਫਾਂ ਦੇ ਨਾਲ ਲੈਂਦੇ ਨੇ, ਹੌਂਕੇ ਭਰਦੇ ਆ, ਪਰ ਲੋਕਾਂ ਦੇ ਪੇਟ ਨਹੀਂ ਭਰਦੇ। ਇਹ ਅੱਜ ਦੇ ਜ਼ਮਾਨੇ ਦੀ ਗੱਲ ਦੱਸ ਰਿਹਾ, ਵੈਸਟਰਨ ਕਲਚਰ ਦੇ ਅਸਰ ਕਰਕੇ। ਕਿਰਤੀ ਦੀ ਛਾਤੀ ਤੇ ਇਹ ਮੂੰਗ ਪਈ ਦਲਦੀ ਹੈ। ਕਿਰਤੀ ਜਿਹੜਾ ਕਿਰਤ ਕਰੇ, ਮਜ਼ਦੂਰ, ਕੰਮ, ਮੂੰਗ ਪਈ ਦਲਦੀ ਹੈ, ਕਿਸੇ ਦੇ ਸਾਹਮਣੇ ਐਸੀ ਗੱਲ ਕਰਨੀ ਜਿਹੜੀ ਉਸ ਨੂੰ ਤਕਲੀਫ ਦੇਵੇ, ਦੁੱਖ ਦੇਵੇ, ਮੂੰਗ ਪਈ ਦਲਦੀ ਹੈ। ਰਤ ਪੀ ਲਿੱਸਿਆਂ ਦੀ, ਰਤ ਹੁੰਦਾ ਰਕਤ, ਖੂਨ, ਲਿੱਸਿਆਂ ਦੀ, ਕਮਜ਼ੋਰਾਂ ਦੀ। ਇਹਦੀ ਗੋਗੜ ਪਲਦੀ ਹੈ। ਗੋਗੜ ਪੇਟ, ਢਿੱਡ। ਅਮੀਰ ਲੋਕ ਮਜ਼ਦੂਰਾਂ ਨੂੰ ਤੰਗ ਕਰਦੇ ਹਨ, ਗਰੀਬਾਂ ਦਾ ਲਹੂ ਪੀ ਕੇ ਉਹਨਾਂ ਦੀ ਮਤਲਬ ਅਮੀਰਾਂ ਦੀ ਕਮਾਈ ਚੱਲਦੀ ਹੈ ਤੇ ਇਹਨਾਂ ਦੇ ਢਿੱਡ ਵੱਧਦੇ ਨੇ। ਬਿਜਲੀ ਦੇ ਲਾਟੂ ਜੋ ਇਸ ਦੇ ਘਰ ਜਗਦੇ ਹਨ। ਲਾਟੂ ਹੁੰਦਾ ਬੱਲਬ। ਇਹ ਜਿਹੜੇ ਬਿਜਲੀ ਦੇ ਬੱਲਬ ਹੈ, ਨਵੇਂ ਕਲਚਰ ਦੇ ਘਰੇ, ਵੈਸਟਰਨ ਕਲਚਰ ਦੇ ਘਰੇ ਜਗਦੇ ਨੇ,
ਉਹ ਨੈਣ ਗਰੀਬਾਂ ਦੇ ਕੱਢੇ ਹੋਏ ਲੱਗਦੇ ਹਨ। ਨੈਣ ਅੱਖਾਂ। ਅਮੀਰਾਂ ਦੇ ਘਰ ਜਿਹੜੀ ਬਿਜਲੀ ਦੇ ਲਾਟੂ, ਬਿਜਲੀ ਦੇ ਬੱਲਬ, ਜਿਨ੍ਹਾਂ ਦੀ ਰੌਸ਼ਨੀ ਦੀ ਭਰਮਾਰ ਹੈ, ਉਹ ਗਰੀਬਾਂ ਦੇ ਨੈਣ ਲੱਗਦਾ ਹੈ। ਐਂ ਲੱਗਦਾ ਹੈ ਕਿ ਉਹ ਗਰੀਬਾਂ ਦੇ ਨੈਣ ਕੱਢੇ ਹੋਏ ਆਪਣੇ ਘਰੇ ਉਹਨਾਂ ਨੇ ਸਜਾ ਲਏ ਹੋਣ। ਮਜ਼ਦੂਰਾਂ ਦੇ ਖੂਨ ਪਸੀਨੇ ਦੀ ਕਮਾਈ ਦੀ ਉਹ ਬਰਕਤ ਹੈ ਜਿਹੜੇ ਉਹਨਾਂ ਨੇ ਲਾਟੂ ਆਪਣੇ ਘਰੇ ਬੱਲਬ ਲਾਏ ਹੋਏ ਆ। ਖੱਲ ਲਾਲ ਲੋਕਾਂ ਦੀ ਇਹ ਸੂਟ ਸਵਾਉਂਦੀ ਹੈ। ਖੱਲ ਹੁੰਦੀ ਹੈ ਸਕਿਨ, ਚਮੜੀ। ਖੱਲ ਲਾਲ ਲੋਕਾਂ ਦੀ ਇਹ ਸੂਟ ਸਵਾਉਂਦੀ ਹੈ। ਪੀ ਮਜ਼ਦੂਰਾਂ ਨੂੰ ਇਹ ਪਾਊਡਰ ਲਾਉਂਦੀ ਹੈ। ਪੀ ਮਤਲਬ ਪੀਸ ਕੇ। ਖੱਲ ਲਾਉਣ ਦਾ ਮਤਲਬ ਇਹ ਹੈ ਇੱਥੇ ਕਿ ਗਰੀਬਾਂ ਦਾ ਜੋ ਉਹਨਾਂ ਦਾ ਜਿਹੜਾ ਹੱਕ ਹੈ ਉਹ ਮਾਰਨਾ। ਮਜ਼ਦੂਰਾਂ ਦੀ ਛਿੱਲ ਲਾ ਕੇ ਨਵੀਂ ਸੱਭਿਅਤਾ, ਨਵਾਂ ਕਲਚਰ ਹੈ ਜਿਹੜਾ, ਉਸਦੇ ਅਮੀਰ ਲੋਕ ਆਪਣੇ ਸੂਟ ਸਵਾਉਂਦੇ ਹਨ। ਉਹਨਾਂ ਦੀਆਂ ਹੱਡੀਆਂ ਨੂੰ ਪੀ ਕੇ, ਗਰੀਬਾਂ ਦੀਆਂ ਹੱਡੀਆਂ ਨੂੰ ਪੀ ਕੇ, ਮਜ਼ਦੂਰਾਂ ਦੀ ਕਮਾਈ ਦਾ ਹੱਕ ਮਾਰ ਕੇ ਨਵੀਂ ਸੱਭਿਅਤਾ, ਨਵਾਂ ਕਲਚਰ ਹੈ ਜਿਹੜਾ ਮੂੰਹ ਤੇ ਪਾਊਡਰ ਲਾਉਂਦੀ ਹੈ। ਇਹ ਸੱਭਿਅਤਾ ਜਿਹੜੀ ਨਵੀਂ ਸੱਭਿਅਤਾ ਹੈ ਆਪਣੇ ਮੂੰਹ ਤੇ ਪਾਊਡਰ ਲਾਉਂਦੀ ਹੈ। ਗਰੀਬਾਂ ਦਾ ਹੱਕ ਮਾਰ ਕੇ ਮਤਲਬ ਆਪਣਾ ਮੂੰਹ ਮੱਥਾ ਸਵਾਰਦੀ ਹੈ। ਆ ਕੇ ਇਸ ਚੰਦਰੀ ਨੇ ਹੋਣੀ ਵਰਤਾ ਦਿੱਤੀ, ਲਾਲੀ ਸਭ ਭਾਰਤ ਦੀ ਢੰਗ ਨਾਲ ਉਡਾ ਦਿੱਤੀ। ਲਾਲੀ ਜਿਹੜੀ ਸਾਡੇ ਮੁਲਕ ਦੇ ਚਿਹਰੇ ਤੇ ਇੱਕ ਦਗਦੀ ਹੋਈ ਰੌ ਸੀ, ਦਗਦਾ ਹੋਇਆ ਰੌਸ਼ਨੀ ਸੀ, ਲਾਲੀ ਸੀ, ਚਮਕ ਸੀ, ਉਹ ਇਸ ਚੰਦਰੀ ਨਵੀਂ ਸੱਭਿਅਤਾ ਨੇ ਆ ਕੇ ਅਜਿਹੀ ਹੋਣੀ ਵਰਤਾ ਦਿੱਤੀ ਹੈ ਕਿ ਭਾਰਤ ਦੀ ਲਾਲੀ, ਭਾਵ ਜਿਹੜੀ ਸਾਡੀ ਪੁਰਾਣੀ ਸ਼ਾਨ ਹੈ, ਉਹ ਖਤਮ ਹੋ ਚੁੱਕੀ ਹੈ। ਪਿਛਲੇ ਵਰਿਆਮਾਂ ਦੇ ਹੁਣ ਨਾਵੇਂ ਰਹਿ ਗਏ ਹਨ। ਵਰਿਆਮ ਯੋਧੇ, ਅੱਜ ਕੱਲ ਦੇ ਗੱਭਰੂ ਤਾਂ ਪਰਛਾਵੇਂ ਰਹਿ ਗਏ ਹਨ। ਕਵੀ ਆਖਦਾ ਹੈ ਕਿ ਪੁਰਾਣੇ ਸਮੇਂ ਦੇ ਬਹਾਦਰਾਂ ਦੇ ਸਿਰਫ ਹੁਣ ਨਾਂ ਹੀ ਲੱਭਦੇ ਨੇ, ਪਰ ਨਵੀਂ ਸੱਭਿਅਤਾ ਦੇ ਰੰਗ ਵਿੱਚ ਰੰਗੇ ਗੱਭਰੂ ਆਪਣੀ ਸਿਹਤ ਗਵਾ ਕੇ ਪਰਛਾਵੇਂ ਦੀ ਤਰ੍ਹਾਂ ਲੱਗਦੇ ਹਨ। ਭਾਵ ਨਵੀਂ ਸੱਭਿਅਤਾ ਦੇ ਨੌਜਵਾਨ ਪੁਰਾਣੇ ਯੋਧਿਆਂ ਵਾਂਗ ਬਹਾਦਰ ਦਲੇਰ ਨਹੀਂ ਨੇ। ਪੈਲੀ ਦੀ ਵਾਟ ਕਰਨ ਤਾਂ ਕੋਠੀ ਹੱਲਦੀ ਹੈ। ਪੈਲੀ ਦੀ ਵਾਟ ਕਰਨੀ, ਖੇਤ ਤੱਕ ਤੁਰ ਕੇ ਜਾਣਾ ਪੈ ਜੇ ਤੇ ਕੋਠੀ ਹੱਲਦੀ ਮਤਲਬ ਦਿਲ ਜ਼ੋਰ ਦੀ ਧੜਕਣ ਲੱਗਦਾ। ਮੂੰਗੀ ਦੀ ਦਾਲ ਪਈ ਨਾ ਢਿੱਡ ਵਿੱਚ ਗਲਦੀ ਹੈ। ਜੇ ਨਵੀਂ ਪੀੜ੍ਹੀ ਦੇ ਨੌਜਵਾਨਾਂ ਨੂੰ ਖੇਤਾਂ ਤੱਕ ਤੁਰ ਕੇ ਜਾਣਾ ਪਵੇ ਤਾਂ ਇਹਨਾਂ ਦਾ ਦਿਲ ਧੜਕਦਾ। ਇਹਨਾਂ ਦੇ ਸਰੀਰ ਇੰਨੇ ਕਮਜ਼ੋਰ ਹੋ ਚੁੱਕੇ ਹਨ, ਇੰਨੇ ਕਮਜ਼ੋਰ ਕਿ ਮੂੰਗੀ ਦੀ ਦਾਲ, ਜੋ ਕਿ ਸਮਝਿਆ ਜਾਂਦਾ ਕਿ ਬੜੀ ਆਰਾਮ ਨਾਲ ਹਜ਼ਮ ਹੋ ਜਾਂਦੀ ਹੈ, ਉਹ ਵੀ ਇਹਨਾਂ ਦੇ ਹਜ਼ਮ ਨਹੀਂ ਆਉਂਦੀ। ਇਹ ਬਿਜਲੀ ਕੜਕ ਪਈ ਭਾਰਤ ਦੇ ਵੇਸਾਂ ਤੇ, ਵੇਸ ਹੁੰਦੇ ਆ ਪਹਿਰਾਵੇ, ਇਸ ਕੈਂਚੀ ਧਰ ਦਿੱਤੀ ਕੁੜੀਆਂ ਦੇ ਕੇਸਾਂ ਤੇ। ਨਵੀਂ ਤਹਿਜ਼ੀਬ ਨੇ ਭਾਰਤ ਦੇ ਲੋਕਾਂ ਦੇ ਪਹਿਰਾਵੇ ਵਿੱਚ ਬੜੀ ਤਬਦੀਲੀ ਲੈ ਕੇ ਆਂਦੀ ਹੈ। ਜਿਵੇਂ ਉਹਨਾਂ ਤੇ ਬਿਜਲੀ ਕੜਕ ਕੇ ਡਿੱਗ ਪਈ ਹੋਵੇ, ਜਿਸ ਨੇ ਸਭ ਕੁਝ ਤਬਾਹ ਕਰ ਦਿੱਤਾ। ਨਵੀਂ ਸੱਭਿਅਤਾ ਨੇ, ਨਵੇਂ ਕਲਚਰ ਨੇ, ਵੈਸਟਰਨ ਕਲਚਰ ਨੇ ਕੁੜੀਆਂ ਦੇ ਕੇਸਾਂ ਤੇ ਵੀ ਕੈਂਚੀ ਧਰ ਦਿੱਤੀ ਹੈ। ਮਤਲਬ ਕੁੜੀਆਂ ਵੀ ਆਪਣੇ ਵਾਲ ਕਟਵਾ ਕੇ ਪੱਛਮੀ ਸੱਭਿਅਤਾ, ਵੈਸਟਰਨ ਕਲਚਰ ਦੇ ਰੰਗ ਵਿੱਚ ਰੰਗ ਗਈਆਂ ਹਨ। ਕੀ ਹੈ ਤਹਿਜ਼ੀਬ ਨਵੀਂ, ਟਿੱਕਾ ਬਦਨਾਮੀ ਦਾ, ਹਿੰਦ ਦੇ ਗਲ ਲਟਕ ਰਿਹਾ ਇੱਕ ਤੌਖ ਗੁਲਾਮੀ ਦਾ। ਤੌਖ ਹੁੰਦਾ ਹੈ ਕਿਸੇ ਅਪਰਾਧੀ ਦੇ ਗਲ ਵਿੱਚ ਪਾਈ ਜਾਣ ਵਾਲੀ ਬੜੀ ਮੋਟੀ ਜ਼ੰਜੀਰ। ਜਦੋਂ ਕਿਸੇ ਅਪਰਾਧੀ ਨੂੰ ਸਜ਼ਾ ਦੇਣੀ ਹੁੰਦੀ ਸੀ, ਜਾਂ ਗੁਲਾਮਾਂ ਦੇ ਗਲ ਵਿੱਚ ਪਾਈ ਜਾਣ ਵਾਲੀ ਬੜੀ ਮੋਟੀ ਜ਼ੰਜੀਰ, ਇੱਕ ਤਰੀਕੇ ਨਾਲ ਸਜ਼ਾ ਦੇ ਤੌਰ ਤੇ, ਤਾਂ ਹਿੰਦੁਸਤਾਨ ਦੇ ਗਲ ਵਿੱਚ ਉਹ ਤੌਕ ਲਟਕ ਰਹੀ ਹੈ। ਇਹ ਨਵੀਂ ਸੱਭਿਅਤਾ ਤਾਂ ਦੇਸ਼ ਦੇ ਮੱਥੇ ਤੇ ਲੱਗਿਆ ਹੋਇਆ ਬਦਨਾਮੀ ਦਾ ਟਿੱਕਾ ਹੈ, ਜਾਂ ਇਸ ਨੂੰ ਭਾਰਤ ਦੇ ਲੋਕਾਂ ਦੇ ਗਲ ਗੁਲਾਮੀ ਦਾ ਪੱਟਾ ਕਿਹਾ ਜਾ ਸਕਦਾ ਹੈ, ਜਾਂ ਲਟਕਦੀ ਹੋਈ ਜ਼ੰਜੀਰ। ਬਹੁਤ ਬਹੁਤ ਸ਼ੁਕਰੀਆ ਬੱਚਿਓ। ਅਗਲੀ ਵਾਰ ਮਿਲਾਂਗੇ ਇੱਕ ਹੋਰ ਨਵੇਂ ਪਾਠ ਨਾਲ। ਉਦੋਂ ਤੱਕ ਪੜ੍ਹਦੇ ਰਹੋ, ਖੁਸ਼ ਰਹੋ, ਸਿਹਤਯਾਬ ਰਹੋ।